ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਆਗਿਆ ਦੇ ਦਿੱਤੀ ਕਿ ਤੇਗ ਮੱਲ ਦੀ ਸਗਾਈ ਕੀਤੀ ਜਾਵੇ। ਭਾਈ ਗੁਰਦਾਸ ਸਾਹਿਬ ਜੀ ਜਾ ਕੇ ਬਾਬਾ ਤੇਗ ਮੱਲ ਜੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਤੁਹਾਡੇ ਪਿਤਾ ਦੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਹੁਕਮ ਹੈ, ਆਗਿਆ ਹੈ ਕਿ ਤੁਹਾਡੀ ਸਗਾਈ ਕੀਤੀ ਜਾਵੇ। ਤੇ ਸੁਣ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਬਚਪਨ ਦੀ ਅਵਸਥਾ ਹੈ ਜੀ, ਬਿਲਕੁਲ ਛੋਟੀ ਅਵਸਥਾ ਹੈ, ਉਸ ਅਵਸਥਾ ਦੇ ਵਿੱਚ ਕਹਿਣ ਲੱਗੇ ਆਗਿਆ ਗੁਰ ਕੇਰੀ, ਇਹ ਗੁਰੂ ਜੀ ਦੀ ਜੋ ਆਗਿਆ ਮੇਰੇ ਵਾਸਤੇ ਆਈ ਹੈ, ਸਬਦਾ ਕੋ ਸਕੈ ਨ ਫੇਰੀ, ਕਿਉਂਕਿ ਇਹ ਸਾਰਿਆਂ ਸੁੱਖਾਂ ਨੂੰ ਦੇਣ ਵਾਲੀ ਹੈ, ਸੁੱਖ ਦੀ ਹੈ, ਸੁਭ ਥਾਂ ਦੀ ਥਾਂ ਤੇ ਹੈ, ਕੋ ਸਕੇ ਨਾ ਫੇਰੀ। ਫਿਰ ਇਸ ਆਗਿਆ ਨੂੰ ਕੋਈ ਮੇਟ ਨਹੀਂ ਸਕਦਾ ਤਿੰਨਾਂ ਲੋਕਾਂ ਦੇ ਵਿੱਚ, ਇਸ ਵਾਸਤੇ ਮੈਂ ਕਦੇ ਮੋੜਾਂਗਾ ਨਹੀਂ। ਮਾਨੇ ਸਦਾ ਸੀਸ ਤਰ ਹਮ ਹੀ, ਹਮ ਹੀ ਅਸੀਂ ਹਮੇਸ਼ਾ ਹੀ ਆਪਣੇ ਸੇਸ ਤੇ ਭਾਵ ਸਿਰ ਮੱਥੇ ਪ੍ਰਵਾਨ ਕਰਕੇ ਮੰਨਾਂਗੇ। ਦਾਤ ਜੋ ਹੋਵਤ ਨਾ ਕਮ ਹੀ, ਕਿਉਂਕਿ ਜਿਹੜੀ ਦਾਤ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਆਉਂਦੀ ਹੈ ਉਹ ਕਦੇ ਘਾਟੇਵੰਦ ਨਹੀਂ ਹੁੰਦੀ, ਉਹ ਲਾਹੇਵੰਦ ਹੀ ਹੁੰਦੀ ਹੈ। ਅਜੇ ਅਵਸਥਾ ਬਚਪਨ ਦੀ ਹੈ ਪਰ ਬੋਲ ਬੜੇ ਕੀਮਤੀ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਗੁਰਦਾਸ ਜੀ, ਜੋ ਗੁਰੂ ਨਾਨਕ ਦੇ ਦਰਬਾਰ ਦੇ ਵਿੱਚੋਂ ਬਖਸ਼ਿਸ਼ ਆਈ ਹੈ ਉਹ ਫਾਇਦੇਮੰਦ ਹੀ ਹੈ, ਕਦੇ ਤੋਟੇ ਵਾਲੀ ਨਹੀਂ ਹੋ ਸਕਦੀ। ਤਬ ਭਾਈ ਨੇ ਗਣਕ ਬੁਲਾਇਓ, ਤਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਉਸ ਵਕਤ ਜਿਹੜੇ ਗੁਰਮੁਖ ਪਿਆਰੇ ਸਿੱਖ ਸਨ ਉਹਨਾਂ ਨੂੰ ਇਕੱਠਿਆਂ ਕੀਤਾ ਹੈ। ਸ੍ਰੀ ਹਰਗੋਬਿੰਦ ਕੇ ਟਿਕ ਸਾਦਰ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਬੜੇ ਸਤਿਕਾਰ ਦੇ ਨਾਲ ਸਾਰਿਆਂ ਨੂੰ ਬੁਲਾਇਆ। ਆਨ ਬਿਠਾਏ ਤੇਗ ਬਹਾਦਰ, ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਕਿਉਂਕਿ ਭਾਈ ਬਿਧੀ ਚੰਦ, ਭਾਈ ਜੇਠਾ ਇਤਿਆਦਿਕ ਜਿਹੜੇ ਗੁਰਮੁਖ ਸਿੱਖ ਸਨ, ਭਾਈ ਭਾਨਾ, ਬਾਬਾ ਬੁੱਢਾ ਸਾਹਿਬ ਜੀ ਦੇ ਵੱਡੇ ਸਪੁੱਤਰ ਜਿੰਨੇ ਫਿਰ ਤ੍ਰੇਣ ਕੁਲ ਦੇ, ਇਹ ਸਾਰੇ ਗੁਰਮੁਖ ਜਿੰਨੇ ਖਡੂਰ ਸਾਹਿਬ ਤੋਂ ਚੱਲ ਕੇ ਆਏ ਸਾਰਿਆਂ ਨੂੰ ਕੋਲ ਬੁਲਾ ਲਿਆ ਤੇ ਸਾਰਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਬਿਠਾਇਆ ਗਿਆ। ਜਿਨੇ ਦੇਖ ਆਨੰਦ ਕੋ ਧਾਰਾ, ਤੇ ਜਿਹੜਾ ਬ੍ਰਾਹਮਣ ਮਾਤਾ ਗੁਜਰੀ ਜੀ ਦੀ ਸਗਾਈ ਲੈ ਕੇ ਆਇਆ ਸੀ ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਮਸਤਕ ਦੇਖ ਗਿਆ, ਦੇਖ ਕਰਕੇ ਆਨੰਦ ਹੋ ਗਿਆ। ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਬ੍ਰਾਹਮਣ ਨਹੀਂ ਜਾਣਦਾ ਕਿ ਨਾਮੀ ਜੋਤ ਇਹਨਾਂ ਦੇ ਅੰਦਰ ਪ੍ਰਗਟ ਹੋਣੀ ਹੈ। ਇਹਨਾਂ ਨੇ ਸਾਡੇ ਧਰਮ ਦੀ ਰਾਖੀ ਵਾਸਤੇ ਆਪਣਾ ਸੀਸ ਬਲੀਦਾਨ ਕਰਨਾ, ਉਹ ਬ੍ਰਾਹਮਣ ਨਹੀਂ ਜਾਣਦਾ। ਬ੍ਰਾਹਮਣ ਨੂੰ ਇਹ ਪਤਾ ਵੀ ਨਹੀਂ ਕਿ ਕਦੇ ਸਾਡੇ ਤੇ ਇਹ ਦਿਨ ਆਉਣਗੇ, ਸਾਡੇ ਜਨੇਊ ਉਤਾਰੇ ਜਾਣੇ ਨੇ। ਇਹੀ ਬਾਲਕ ਹਿੰਦ ਦੀ ਚਾਦਰ ਬਣ ਕੇ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਚੌਂਕੜਾ ਲਾ ਕੇ ਬੈਠ ਜਾਵੇਗਾ, ਸਾਰਿਆਂ ਦੇ ਜੰਜੂ ਉਤਾਰਨੇ ਇਹ ਇਕੱਲਾ ਹੀ ਬੰਦ ਕਰੇਗਾ। ਅਜੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਬਚਪਨ ਦੀ ਅਵਸਥਾ ਦੇ ਵਿੱਚ ਨੇ ਤੇ ਬਾਲ ਅਵਸਥਾ ਦੇ ਵਿੱਚ ਜਦ ਚਿਹਰੇ ਨੂੰ ਤੱਕਿਆ ਤੇ ਗਦ ਗਦ ਆਨੰਦਿਤ ਹੋ ਗਿਆ ਹੈ। ਪੰਕਜ ਮੇਂ ਦੀਨ ਸੁਹਾਰਾ, ਕਮਲ ਸਰੀਖੇ ਮੁਖੜੇ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੁਖਾਰ ਬਿੰਦ ਨੂੰ ਤਿਸ ਵਕਤ ਸੁਹਾਰਾ ਸੁਹਾਇਆ ਗਿਆ। ਉਤਸਵ ਮੇਂ ਅਤ ਉਤਸਵ ਹੋਵਾ, ਉਤਸਵ ਮਹਿ, ਕਿਉਂਕਿ ਪਹਿਲਾਂ ਵੀ ਉਤਸਵ ਸੀ, ਖੁਸ਼ੀ ਦਾ ਮਾਹੌਲ ਸੀ ਕਿ ਬਾਬਾ ਸੂਰਜਮਲ ਜੀ ਦੀ ਅਜੇ ਕੱਲ ਤੇ ਸ਼ਾਦੀ ਹੋਈ ਹੈ, ਅੱਜ ਦੂਸਰਾ ਦਿਨ ਹੈ ਤੇ ਅੱਜ ਇੱਕ ਉਤਸਵ ਹੋਰ ਹੋਇਆ, ਹੋਰ ਖੁਸ਼ੀ ਦਾ ਸਬੱਬ ਬਣਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਸਗਾਈ ਹੋ ਗਈ। ਸਭ ਬਰਾਤ ਮਿਲ ਆਨੰਦ ਜੋਵਾ, ਸਾਰੀ ਬਰਾਤ ਨੇ ਮਿਲ ਕਰਕੇ ਬਹੁਤ ਆਨੰਦ ਕੀਤਾ, ਖੁਸ਼ੀ ਕੀਤੀ ਹੈ। ਆਜ ਉੱਠੇ ਦੁੰਦ ਬਸਦਿਆਨੇ, ਸੋ ਜਿਹੜੇ ਨਗਾਰੇ ਵਾਜੇ, ਫਿਰ ਇਸੇ ਤਰ੍ਹਾਂ ਨਫੀਰੀਆਂ, ਡੱਫਾਂ, ਜਿੰਨੇ ਵੀ ਉਸ ਸਮੇਂ ਦੇ ਸਾਜ਼ ਸਨ ਉਹ ਵੱਜੇ ਹਨ। ਕੌਤਕ ਹੋਤ ਨੇਕ ਮਹਾਨੇ, ਬਹੁਤ ਤਰੀਕਿਆਂ ਦੇ ਨਾਲ ਖੁਸ਼ੀਆਂ ਦੇ ਮੰਗਲ ਗਾਏ ਗਏ। ਅਦਕ ਦਾਨ ਸਤਿਗੁਰੂ ਤਬ ਦੀਨਾ, ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਲਾਡਲੇ ਸਪੁੱਤਰ ਦੀ ਸਗਾਈ ਹੋਈ ਹੈ ਤੇ ਕਰਤਾਰਪੁਰ ਦੇ ਨਗਰ ਦੇ ਜਿੰਨੇ ਵੀ ਮੰਗਣ ਵਾਲੇ ਮੰਗਤੇ ਸਨ ਉਹ ਆਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਵੇਂ ਪਹਿਲਾਂ ਦਾਨ ਦਿੱਤਾ
ਇਵੇਂ ਸਤਿਗੁਰੂ ਮਹਾਰਾਜ ਹੁਣ ਫਿਰ ਸਾਰਿਆਂ ਨੂੰ ਖੁੱਲਾ ਦਾਨ ਦਿੰਦੇ ਹਨ। ਮਿਲੇ ਬ੍ਰਿੰਦ ਜਾਚਕ ਤਨ ਲੀਨਾ, ਜਿੰਨੇ ਵੀ ਆ ਕਰਕੇ ਮੰਗਤੇ ਮਿਲੇ ਤੇ ਮੂੰਹ ਮੰਗਿਆ ਧਨ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪ੍ਰਾਪਤ ਕੀਤਾ ਹੈ। ਸਭਨ ਵਿਖੇ ਛਾਇਓ ਆਨੰਦ, ਸਾਰਿਆਂ ਦੇ ਵਿੱਚ ਬਹੁਤ ਵੱਡਾ ਆਨੰਦ ਛਾ ਗਿਆ। ਦਸਹੂ ਦੇਸ ਜਸ ਭਇਓ ਬਲੰਦ, ਦਸਹੂ ਦੇਸ਼ ਉੱਤਰ ਦੱਖਣ ਪੂਰਬ ਪੱਛਮ ਧਰਤੀ ਤੇ ਆਕਾਸ਼, ਨੈਰਤ ਕੋਣ, ਈਸ਼ਾਨ ਕੋਣ, ਈਮਾਨ ਕੋਣ ਤੇ ਵੈਵ ਕੋਣ, ਇਹ 10 ਦਿਸ਼ਾਵਾਂ ਨੇ। ਇਹ 10 ਦਿਸ਼ਾਵਾਂ ਦੇ ਵਿੱਚ ਬਹੁਤ ਵੱਡਾ ਜਸ ਛਾਇਆ ਹੈ। ਦੋਰਾ 3 ਦਿਵਸ ਜਸ ਕੇ ਰਚਦ, ਰਹੇ ਨਗਰ ਕਰਤਾਰ। 3 ਦਿਨ ਇਸ ਤਰੀਕੇ ਦੇ ਨਾਲ ਕਰਤਾਰਪੁਰ ਨਗਰ ਦੇ ਵਿੱਚ ਬਹੁਤ ਵੱਡਾ ਆਨੰਦ ਰਚਦੇ ਰਹੇ ਔਰ ਕਰਤਾਰਪੁਰ ਨਗਰ ਵਿੱਚ ਰਹੇ ਹਨ। ਪ੍ਰੇਮ ਚੰਦ ਜਿਤ ਪ੍ਰੇਮ ਬਹੁ, ਸੇਵੇ ਵਿਵਿਧ ਪ੍ਰਕਾਰ। ਪ੍ਰੇਮ ਚੰਦ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੁੜਮ ਬਣੇ, ਬਾਬਾ ਸੂਰਜਮਲ ਜੀ ਦੇ ਸਹੁਰਾ ਸਾਹਿਬ ਨੇ, ਜਿਨ੍ਹਾਂ ਦਾ ਨਾਮ ਵੀ ਪ੍ਰੇਮ ਚੰਦ ਹੈ ਤੇ ਸੇਵਾ ਭਾਵਨਾ ਵੀ ਬੜੇ ਪ੍ਰੇਮ ਦੇ ਨਾਲ, ਰੁਚੀ ਦੇ ਨਾਲ ਅਨੇਕਾਂ ਤਰੀਕਿਆਂ ਅਨੇਕਾਂ ਵਿਧੀਆਂ ਕਰਕੇ ਕੀਤੀ ਹੈ। ਚੌਪੇ ਕਰਨ ਵਿਸਰਜਨ ਹੇਤ ਹਕਾਰੇ, ਵਿਦਾ ਕਰਨ ਵਾਸਤੇ ਬਰਾਤ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਸਾਰਿਆਂ ਨੂੰ ਬੁਲਾਇਆ ਹੈ। ਬਾਦਤ ਬਜਤ ਆਏ ਤਿਸ ਦੁਆਰੇ, ਵਾਜੇ ਵਜਾਉਂਦੀ ਸਾਰੀ ਬਰਾਤ ਪ੍ਰੇਮ ਚੰਦ ਦੇ ਦੁਆਰੇ ਤੇ ਪਹੁੰਚੀ ਏ। ਜਥਾ ਸ਼ਕਤ ਦਾਇਜ ਧਰ ਦੀਨ, ਜਥਾ ਸ਼ਕਤ ਦਾਇਜ ਧਰ ਦੀਨ, ਕਿਉਂਕਿ ਉਸ ਸਮੇਂ ਦਾ ਇਹ ਰਿਵਾਜ ਸੀ ਨਾ ਕਿ ਥੋੜਾ ਬਹੁਤਾ ਧੀ ਨੂੰ ਦਾਨ ਦਿੱਤਾ ਜਾਂਦਾ ਸੀ। ਕੰਨਿਆ ਦਾਨ ਜਿਸ ਨੂੰ ਆਪਾਂ ਕਹਿੰਦੇ ਆ, ਕਈ ਗੁਰਮੁਖ ਪਿਆਰੇ ਕਹਿੰਦੇ ਨੇ ਕੰਨਿਆ ਦਾਨ ਨਹੀਂ ਹੁੰਦਾ, ਪਰ ਇਹ ਕੰਨਿਆ ਦਾਨ ਭਾਗਾਂ ਵਾਲਿਆਂ ਨੂੰ ਮਿਲਦਾ, ਬਿਨਾਂ ਕਿਸਮਤ ਤੋਂ ਇਹ ਦਾਨ ਵੀ ਨਹੀਂ ਮਿਲਦਾ। ਜਿਨ੍ਹਾਂ ਦੇ ਭਾਗਾਂ ਦੇ ਵਿੱਚ ਕੰਨਿਆ ਹੋਵੇ ਉਹਨੂੰ ਹੀ ਇਹ ਸੁਭਾਗ ਪ੍ਰਾਪਤ ਹੁੰਦਾ। ਦੁਨੀਆ ਦੇ ਵਿੱਚ ਹੋਰ ਸਭ ਪ੍ਰਕਾਰ ਕਰਕੇ ਦਾਨ ਕੀਤੇ ਜਾ ਸਕਦੇ ਨੇ। ਦੁਨੀਆ ਦੇ ਵਿੱਚੋਂ ਉਹ ਪੈਸੇ ਨਾਲ ਹਰੇਕ ਚੀਜ਼ ਖਰੀਦ ਕਰਕੇ ਦਾਨ ਕਰ ਸਕਦਾ ਹੈ, ਪਰ ਕੰਨਿਆ ਖਰੀਦੀ ਨਹੀਂ ਜਾਂਦੀ। ਕੰਨਿਆ ਮਾਲਕ ਦੀ ਬਾਰਗਾਹ ਦੇ ਵਿੱਚੋਂ ਪ੍ਰਾਪਤ ਹੋਵੇ ਤੇ ਫਿਰ ਕੋਈ ਇਹ ਆਪਣੀ ਦਿਲ ਦੀ ਇੱਛਾ ਦੇ ਰੁਚੀ ਦੇ ਨਾਲ ਦਾਨ ਕਰ ਸਕਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੁਪੁੱਤਰ ਦੇ ਨਾਲ ਪ੍ਰੇਮ ਚੰਦ ਨੇ ਆਪਣੀ ਸੁਪੁੱਤਰੀ ਖੇਮ ਕੌਰ ਦਾ ਆਨੰਦ ਕਾਰਜ ਕੀਤਾ ਤੇ ਜਥਾ ਸ਼ਕਤ ਆਪਣੇ ਵੱਲੋਂ ਕੁਝ ਵਸਤੂਆਂ ਉਸ ਨੂੰ ਦਾਜ ਵਜੋਂ ਦਿੱਤੀਆਂ ਹਨ। ਜੋਰਪਨ ਕਹਿਓ ਪ੍ਰਵੀਨ, ਫਿਰ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰੇਮ ਚੰਦ ਹੱਥ ਜੋੜ ਕੇ ਇਹ ਗੱਲ ਕਹਿਣ ਲੱਗਾ, ਮੈਂ ਤੋਂ ਸਰਿਓ ਨਹੀਂ ਕੁਛ ਕਾਜਾ। ਸੱਚੇ ਪਾਤਸ਼ਾਹ, ਮੇਰੇ ਤੋਂ ਹੋਰ ਕੋਈ ਕਾਰਜ ਸਰਿਆ ਨਹੀਂ। ਮੈਂ ਇੰਨਾ ਅਮੀਰ ਨਹੀਂ, ਮੈਂ ਇੰਨਾ ਧਨਾਢ ਨਹੀਂ ਕਿ ਆਪਣੀ ਧੀ ਨੂੰ ਬਹੁਤਾ ਕੁਝ ਦੇ ਸਕਾਂ। ਆਖੀ ਲਾਜ ਗਰੀਬ ਨਵਾਜਾ, ਮਹਾਰਾਜ ਆਪ ਜੀ ਦਾ ਨਾਮ ਗਰੀਬ ਨਿਵਾਜ ਹੈ, ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਮੈਂ ਤਾਂ ਇੱਕ ਗਰੀਬ ਸੀ ਕਰਤਾਰਪੁਰ ਨਗਰ ਦਾ, ਤੇ ਸੱਚੇ ਪਾਤਸ਼ਾਹ ਆਪ ਜੀ ਨੇ ਮੇਰੀ ਲਾਜ ਰੱਖੀ ਹੈ। ਦਾਸੀ ਮੈਂ ਦੋਤਾ ਦੀ, ਸੱਚੇ ਪਾਤਸ਼ਾਹ ਇੱਕ ਪਰਮੇਸ਼ਰ ਨੇ ਮੈਨੂੰ ਪੁੱਤਰੀ ਦਿੱਤੀ ਸੀ, ਉਹ ਮੈਂ ਆਪ ਜੀ ਦੇ ਸੁਪੁੱਤਰ ਦੀ ਦਾਸੀ ਬਣਾਈ ਹੈ। ਲੱਖ ਨਾਤ ਮੈਂ ਕਰਨਾ ਭਈ, ਸੱਚੇ ਪਾਤਸ਼ਾਹ ਮੈਨੂੰ ਅਨਾਥ ਸਮਝ ਕਰਕੇ ਤੇ ਮੇਰੇ ਤੇ ਮਿਹਰ ਕਰਨੀ, ਮੇਰੇ ਤੇ ਕਿਰਪਾ ਦਾ ਹੱਥ ਰੱਖਣਾ। ਸ੍ਰੀ ਹਰਗੋਬਿੰਦ ਸੁਨਤ ਬਖਾਨਾ, ਸੁਣ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਅੱਜ ਵੀ ਅਸੀਂ ਸੰਸਾਰ ਦੇ ਵਿੱਚ ਦੇਖੀਏ ਨਾ, ਤੇ ਜਦੋਂ ਧੀਆਂ ਦਾ ਡੋਲਾ ਤੋਰਿਆ ਜਾਂਦਾ ਨਾ, ਤੇ ਸ਼ਾਮ ਦੇ ਵਕਤ ਧੀਆਂ ਵਾਲਿਆਂ ਦੇ ਪਾਸਿਓਂ ਜਿਨ੍ਹਾਂ ਦੀ ਰੁਚੀ ਹੁੰਦੀ ਹੈ ਕਿ ਅਸੀਂ ਆਪਣੀ ਧੀ ਨੂੰ ਤੋਰਨ ਲੱਗੇ ਆ, ਉਹਨਾਂ ਦੇ ਨੇਤਰਾਂ ਦੇ ਵਿੱਚੋਂ ਵੈਰਾਗ ਦਾ ਜਲ ਵਹਿ ਤੁਰਦਾ ਕਿ ਹੇ ਮਾਲਕਾ, ਤੂੰ ਸਾਨੂੰ ਇੱਕ ਕੰਨਿਆ ਦਿੱਤੀ ਸੀ, ਕੁਝ ਸਮਾਂ ਤੂੰ ਸਾਨੂੰ ਆਪਣੇ ਘਰ ਦੇ ਵਿੱਚ ਪਾਲਣ ਦਾ ਇਹ ਸਮਾਂ ਦਿੱਤਾ, ਤੇ ਅੱਜ ਅਸੀਂ ਇਸ ਕੰਨਿਆ ਨੂੰ ਪਾਲ ਕੇ ਦੂਸਰੇ ਦੇ ਵਿਹੜੇ ਦਾ ਸ਼ਿੰਗਾਰ ਬਣਾਇਆ। ਕਿਰਪਾ ਕਰੀ ਸਾਨੂੰ ਲਾਜ ਆ ਜਾਵੇ ਕਿ ਕਿਸੇ ਨੇ ਸ਼ੁਭ ਸਿੱਖਿਆ ਦੇ ਕਰਕੇ ਤੇ ਸਾਡੇ ਵਿਹੜੇ ਦਾ ਸ਼ਿੰਗਾਰ ਬਣਾਇਆ। ਤੇ ਫਿਰ ਇੰਨੇ ਨੀਵੇਂ ਹੋ ਕਰਕੇ ਤੇ ਉਹ ਲੜਕੇ ਵਾਲਿਆਂ ਨੂੰ ਇਹ ਗੱਲ ਕਹਿੰਦੇ ਨੇ ਕਿ ਤੁਹਾਡੀ ਸੇਵਾ ਕਰਦਿਆਂ ਸਾਡੇ ਤੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਹਨਾਂ ਨੂੰ ਵਿਚਾਰਿਓ ਨਾ, ਤੇ ਸਾਨੂੰ ਨਿਮਾਣੇ ਸਮਝ ਕਰਕੇ ਜਿੰਨਾ ਕੋ ਅਸੀਂ ਸੇਵਾ ਕਰਨ ਦੇ ਯੋਗ ਸਾਂ ਓਨੀ ਸੇਵਾ ਸਾਡੀ ਪ੍ਰਵਾਨ ਕਰਿਓ। ਤੇ ਜਿਹੜੇ ਤੇ ਸਿਆਣੇ ਪੁਰਸ਼ ਹੁੰਦੇ ਨੇ ਉਹ ਚੁੱਕ ਕੇ ਉਹਨਾਂ ਦੀਆਂ ਬਾਹਾਂ ਨੂੰ ਤੇ ਆਪਣੇ ਗਲ ਦੇ ਨਾਲ ਲਾ ਕੇ ਕਹਿੰਦੇ, ਭਰਾਵਾ ਤੇਰੀ ਧੀ ਤੇ ਸਾਡੀ ਧੀ ਦੇ ਵਿੱਚ ਕੀ ਫਰਕ ਹੈ? ਸਾਨੂੰ ਵੀ ਮਾਲਕ ਨੇ ਧੀਆਂ ਦਿੱਤੀਆਂ, ਅਸੀਂ ਵੀ ਐਂ ਹੀ ਤੋਰਦੇ ਹਾਂ, ਕੋਈ ਫਰਕ ਨਹੀਂ, ਬੜੀ ਸੇਵਾ ਹੋਈ ਹੈ। ਉਹ ਤੇ ਮਾਣ ਦੇ ਕੇ ਸਨਮਾਨ ਦੇ ਕੇ ਤੇ ਵਾਪਸ ਲੈ ਕੇ ਡੋਲਾ ਆ ਜਾਂਦੇ ਨੇ। ਪਰ ਕਈ ਇਹੋ ਜਿਹੇ ਭੂਤ ਨੇ ਵੀ ਦੇਖੇ ਨੇ ਜਿਹੜੇ ਅਜੇ ਡੋਲਾ ਤੁਰਦਾ ਨਹੀਂ ਤੇ ਖਲਾਰਾ ਪਹਿਲਾਂ ਹੀ ਪਿਆ ਹੁੰਦਾ ਹੈ।
ਸਾਨੂੰ ਤੇ ਆਸ ਸੀ ਕਿ ਡੋਲੇ ਤੁਰਦੇ ਦੇ ਸਮੇਂ ਗੱਡੀ ਦੀ ਚਾਬੀ ਮਿਲਣੀ ਹੈ। ਸਾਨੂੰ ਤੇ ਆਸ ਸੀ ਮਿਲਣੀ ਦੇ ਵਿੱਚ ਕੜੇ ਪੈਣਗੇ, ਛਾਪਾਂ ਪੈਣਗੀਆਂ। ਸਾਨੂੰ ਕੰਬਲ ਨਹੀਂ ਮਿਲਿਆ। ਕੋਈ ਕੰਬਲ ਤੋਂ ਲੜਦਾ, ਕੋਈ ਛਾਪ ਤੋਂ ਲੜਦਾ, ਕੋਈ ਗੱਡੀ ਤੋਂ ਲੜਦਾ। ਲੜਾਈਆਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ। ਅਜੇ ਇੰਨਾ ਨਹੀਂ ਪਤਾ ਕਿ ਅਸੀਂ ਆਪਣੇ ਘਰ ਦੇ ਵਿੱਚ ਪਹੁੰਚਣਾ ਤੇ ਕਿਹੜੇ ਕਿਹੜੇ ਸੁੱਖ ਇਸ ਧੀ ਤੋਂ ਪ੍ਰਾਪਤ ਹੋਣੇ ਨੇ। ਇਹ ਕੰਨਿਆ ਨੇ ਸਾਡੇ ਘਰ ਦੇ ਵਿੱਚ ਆਉਣਾ, ਇਹਦੇ ਪੈਰਾਂ ਪਿੱਛੇ ਕਿੰਨਾ ਰਿਜ਼ਕ ਆਉਣਾ ਇਹ ਕੋਈ ਪਤਾ ਨਹੀਂ। ਪਹਿਲਾਂ ਮੰਗਤੇ ਬਣ ਕੇ, ਭਿਖਾਰੀ ਬਣ ਕੇ ਤੇ ਧੀਆਂ ਵਾਲਿਆਂ ਦੇ ਦਰ ਤੇ ਖੜ ਜਾਂਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ, ਜੇ ਮੰਗਣਾ ਹੈ ਤੇ ਦਾਤੇ ਦੇ ਕੋਲ ਮੰਗ, ਜਿਹਦੇ ਮੰਗਣ ਤੋਂ ਤੈਨੂੰ ਦੁਬਾਰਾ ਮੰਗਣ ਦੀ ਲੋੜ ਨਹੀਂ ਪੈਣੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਸਾਰੀ ਉਮਰ ਨੱਕ ਵਢਾ ਕੇ ਬਹਿ ਜਾਵੇਂਗਾ, ਇੱਕ ਵਾਰੀ ਧੀ ਦੇ ਨਾਲ ਗੱਡੀ ਦੀ ਚਾਬੀ ਦੇ ਦਿੱਤੀ, ਸਾਰੀ ਉਮਰ ਤੂੰ ਆਪਣਾ ਮੂੰਹ ਤਾਂ ਨਹੀਂ ਚੁੱਕ ਸਕਦਾ। ਤੈਨੂੰ ਤੇਰੀ ਨਗਰ ਵਾਲੇ ਤਾਨੇ ਮਾਰ ਮਾਰ ਕੇ ਡੋਬ ਦੇਣਗੇ। ਇਹਨੇ ਮੰਗ ਕੇ ਗੱਡੀ ਲਈ ਸੀ, ਇਹਨੇ ਮੰਗ ਕੇ ਛਾਪ ਪਾਈ ਸੀ, ਮੰਗ ਕੇ ਕੰਬਲ ਲਿਆ ਸੀ। ਸਾਰੀ ਉਮਰ ਕਿਹਨੂੰ ਮੂੰਹ ਦਿਖਾਏਗਾ? ਪਰਿਆ ਦੇ ਵਿੱਚ ਤੂੰ ਬੈਠ ਕੇ ਉੱਚੀ ਗੱਲ ਨਹੀਂ ਕਹਿ ਸਕਦਾ। ਉਸੇ ਵੇਲੇ ਤੇਰਾ ਨੱਕ ਵੱਢ ਕੇ ਵਾਪਸ ਤੋਰ ਦੇਣਗੇ। ਜਾ ਚਲਿਆ ਜਾ। ਕਿਸੇ ਗਰੀਬ ਦੇ ਘਰ ਮੁੰਡਾ ਵਿਆਹੁਣਗੇ ਤੇ ਮੰਗ ਕੇ ਗੱਡੀ ਲੈ ਕੇ ਆਇਆ ਸੀ, ਅੱਜ ਸਿੱਖਿਆ ਪਰਿਆ ਦੇ ਵਿੱਚ ਬਹਿ ਕੇ ਸੁਣਾਉਂਦਾ। ਐਵੇਂ ਤਾਨੇ ਮੈਨੇ ਸਾਰੀ ਉਮਰ ਸਹਾਰਨੇ ਪੈਂਦੇ ਨੇ। ਪ੍ਰੇਮ ਚੰਦ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਅੱਗੇ ਬੇਨਤੀ ਕੀਤੀ, ਮਹਾਰਾਜ ਮੈਨੂੰ ਮਾਲਕ ਨੇ ਇੱਕ ਧੀ ਦਿੱਤੀ ਤੇ ਮੈਂ ਆਪ ਜੀ ਦੇ ਸੁਪੁੱਤਰ ਦੀ ਦਾਸੀ ਬਣਾਈ ਹੈ। ਜਿੰਨਾ ਜਥਾ ਜੋਗ ਮੇਰੇ ਤੋਂ ਬਣਿਆ ਮਹਾਰਾਜ ਮੈਂ ਸੇਵਾ ਕੀਤੀ। ਤੁਸੀਂ ਗਰੀਬ ਨਵਾਜ ਹੋ ਤੇ ਮੇਰੀ ਲਾਜ ਰੱਖਣ ਵਾਲੇ ਹੋ, ਕਿਰਪਾ ਕਰਿਓ ਮੇਰੇ ਤੇ ਮਿਹਰਾਂ ਦਾ ਹੱਥ ਰੱਖਿਓ। ਜਦੋਂ ਇੰਨੀਆਂ ਬੇਨਤੀਆਂ ਪ੍ਰੇਮ ਚੰਦ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਕਹੀਆਂ ਤੇ ਇਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਨ, ਦੀਨ ਕਹਾ ਰਹਿਆਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਨਨੇ ਧੀ ਪਾਲ ਪੋਸ ਕੇ ਤੋਰ ਦਿੱਤੀ ਉਹਨੇ ਪਿੱਛੇ ਕੀ ਰੱਖਿਆ ਹੈ? ਧੀ ਦੇ ਨਾਲ ਤੇਰੇ ਘਰ ਦਾ ਸਾਰਾ ਰਿਜ਼ਕ ਸਾਡੇ ਘਰ ਦੇ ਵਿੱਚ ਆ ਗਿਆ, ਕਿਉਂਕਿ ਤੇਰਾ ਪ੍ਰੇਮ ਤੇਰੀ ਧੀ ਦੇ ਨਾਲ ਆਇਆ ਹੈ। ਤੇਰੇ ਘਰ ਦੀ ਲਾਜ ਤੇਰੀ ਧੀ ਦੇ ਨਾਲ ਸਾਡੇ ਘਰ ਦੇ ਵਿੱਚ ਆਈ ਹੈ। 7 ਪੀੜ੍ਹੀਆਂ ਦਾ ਰਿਸ਼ਤਾ ਬਣਿਆ ਹੈ। ਪਿੱਛੇ ਕੀ ਰਹਿ ਗਿਆ? ਪ੍ਰੇਮ ਚੰਦ ਜਿਹੜਾ ਧੀ ਨੂੰ ਤੋਰ ਦਿੰਦਾ ਹੈ, ਕਿਸੇ ਘਰ ਦਾ ਸ਼ਿੰਗਾਰ ਬਣਾ ਦਿੰਦਾ ਹੈ, ਉਹ ਪਿੱਛੇ ਕੀ ਰੱਖਦਾ ਹੈ? ਸਭ ਤੋਂ ਵੱਡੀ ਇੱਜ਼ਤ ਹੁੰਦੀ ਹੈ, ਸਭ ਤੋਂ ਵੱਡੀ ਲਾਜ ਧੀ ਹੁੰਦੀ ਹੈ। ਤੇ ਹੁਣ ਪਿੱਛੇ ਕੀ ਰਹਿ ਗਿਆ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰੇਮ ਕੀਤਾ, ਜਥਾ ਸ਼ਕਤ ਸੇਵਾ ਸਭ ਕੀ। ਮਹਾਰਾਜ ਕਹਿਣ ਲੱਗੇ, ਫਿਰ ਤੂੰ ਜਥਾ ਸਖਤ ਜਿਹੜੀ ਸੇਵਾ ਕੀਤੀ ਹੈ ਸੰਗਤ ਦੀ, ਗੁਰਸਿੱਖਾਂ ਕੀ ਖੁਸ਼ੀ ਸੋ ਲੀਨ। ਸਾਰਿਆਂ ਗੁਰਸਿੱਖਾਂ ਦੀ ਤੂੰ ਬੜੀ ਵੱਡੀ ਖੁਸ਼ੀ ਲਈ ਹੈ। ਸਤਿਗੁਰੂ ਕੇ ਬਾਕ ਸੁਹਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੋਹਣੇ ਸੋਭਨੀਕ ਬਚਨ ਸੁਣ ਕੇ ਪ੍ਰੇਮ ਚੰਦ ਨੇ, ਪ੍ਰੇਮ ਚੰਦ ਨਰ ਗਨ ਹਰ ਖਾਏ। ਤੇ ਪ੍ਰੇਮ ਚੰਦ ਤੇ ਉਹਦੇ ਨਾਲ ਦੇ ਜਿਹੜੇ ਨਗਰ ਦੇ ਪਤਵੰਤੇ ਸੱਜਣ, ਉਹਦੇ ਮੇਲ ਦੇ ਮਨੁੱਖ ਬੜੇ ਖੁਸ਼ ਹੋਏ। ਹੋਰ ਬਸਤਰ ਆਨੇ ਸਮੁਦਾਏ। ਉਸ ਵਕਤ ਪ੍ਰੇਮ ਚੰਦ ਨੇ ਫਿਰ ਹੋਰ ਬਸਤਰ ਲਿਆਂਦੇ ਸਿਰਿਆਪੋ ਦੇ ਰੂਪ ਵਿੱਚ। ਗੁਰਸਿੱਖਣ ਗਨ ਕੋ ਅਰ ਪਾਏ। ਜਿਹੜੇ ਗੁਰਸਿੱਖਾਂ ਦੇ ਵਿੱਚ ਸੰਗਤ ਦੇ ਵਿੱਚ ਮੁਖੀ ਸਿੱਖ ਸਨ ਉਹਨਾਂ ਨੂੰ ਦਿੱਤੇ ਹਨ। ਭਾਨਾ ਸਾਹਿਬ ਅਰ ਗੁਰਦਾਸ। ਭਾਈ ਭਾਨਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇ ਵੱਡੇ ਸੁਪੁੱਤਰ, ਜਿਹੜੇ ਰਮਦਾਸ ਨਗਰ ਤੋਂ ਬਰਾਤ ਦੇ ਵਿੱਚ ਚੱਲ ਕੇ ਆਏ, ਉਹਨਾਂ ਨੂੰ ਪ੍ਰੇਮ ਚੰਦ ਜੀ ਨੇ ਸਰੋਪਾ ਦਿੱਤਾ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦਾ ਸਰੂਪ ਜਾਣ ਕੇ ਦਿੱਤਾ ਹੈ। ਭਾਈ ਗੁਰਦਾਸ ਜੀ ਉਹਨਾਂ ਨੂੰ ਸਰੋਪਾ ਦਿੱਤਾ। ਇਸੇ ਤਰੀਕੇ ਦੇ ਨਾਲ ਗੋਇੰਦਵਾਲ ਸਾਹਿਬ ਤੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਬੰਸ ਦੇ ਜੋ ਚੱਲ ਕੇ ਆਏ ਸਹਾਰੀ ਮੱਲ, ਉਹਨਾਂ ਨੂੰ ਦਿੱਤਾ। ਬਾਬਾ ਦਾਤੂ ਜੀ ਜੋ ਚੱਲ ਕੇ ਖਡੂਰ ਸਾਹਿਬ ਤੋਂ ਆਏ, ਉਹਨਾਂ ਨੂੰ ਦਿੱਤਾ। ਇਹਦੇ ਆਦਿਕ ਜਿਹੜੇ ਮੁਖੀ ਗੁਰਸਿੱਖ ਸਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਰਾਤ ਵਿੱਚ ਆਏ ਸਨ। ਗੁਰੂ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਕੁੜਮ ਚੰਦ, ਧਰਮ ਚੰਦ, ਉਹ ਜਿਹੜੇ ਬਾਬਾ ਸਾਧੂ ਜੀ, ਬੀਬੀ ਵੀਰੋ ਜੀ ਦੇ ਸਹੁਰਾ ਸਾਹਿਬ, ਉਹਨਾਂ ਨੂੰ ਵੀ ਸਰੋਪਾ ਦਿੱਤਾ। ਇਤਿਆਦਿਕ ਜਿਹੜੇ ਮਹਾਰਾਜ ਸਾਹਿਬ ਜੀ ਦੇ ਮੁਖੀ ਰਿਸ਼ਤੇਦਾਰ ਔਰ ਸ਼੍ਰੋਮਣੀ ਗੁਰਸਿੱਖ ਸਨ, ਸਾਰਿਆਂ ਨੂੰ ਸਰੋਪੇ ਦੇ ਕੇ ਨਿਵਾਜਿਆ ਹੈ। ਇਤਿਆਦਿਕ ਜੇ ਸਤਿਗੁਰ ਪਾਸ। ਜਿੰਨੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਸਨ, ਸਭ ਦੇ ਖੁਸ਼ੀ ਲੀਨ ਹਰ ਖਾਇਓ। ਸਾਰਿਆਂ ਨੂੰ ਐਵੇਂ ਬੜੇ ਪ੍ਰੇਮ ਦੇ ਨਾਲ ਨਿਵਾਜਿਆ ਤੇ ਸਾਰਿਆਂ ਦੇ ਪਾਸੋਂ ਬੜੀ ਖੁਸ਼ੀ ਲਈ ਹੈ, ਪ੍ਰਸੰਨ ਹੋਏ ਹਨ। ਪ੍ਰੇਮ ਚੰਦ ਜਸ ਚੰਦ ਚੜਾਇਓ। ਤੇ ਪ੍ਰੇਮ ਚੰਦ ਜਸ ਚੰਦ ਚੜਾਇਓ। ਪ੍ਰੇਮ ਚੰਦ ਦਾ ਜਸ ਚੰਦ ਵਾਂਗ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਹੋ ਗਿਆ।
ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਲ ਨਾਤਾ ਰਿਸ਼ਤੇਦਾਰੀ ਦਾ ਜੋੜਿਆ। ਧੀ ਦਾ ਰਿਸ਼ਤਾ ਦੇ ਕਰਕੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਲ ਰਿਸ਼ਤੇਦਾਰੀ ਦੀ ਗੰਢ ਪਾਈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਦਾ ਮੀਂਹ ਵਰਾਇਆ, ਬਖਸ਼ਿਸ਼ਾਂ ਦੀ ਰਹਿਮਤ ਕੀਤੀ ਔਰ ਲੋਕ ਪਰਲੋਕ ਦੇ ਸੁੱਖ ਦਿੱਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 21 ਕੁਲਾਂ ਦਾ ਉਧਾਰ ਕੀਤਾ। ਸਾਰਾ ਰਿਜ਼ਕ ਰਿੱਧੀਆਂ ਸਿੱਧੀਆਂ ਪ੍ਰੇਮ ਚੰਦ ਦੇ ਘਰ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ